ਸਭ ਨੂੰ ਜੈ ਮਸੀਹ ਜੀ। ਜੈ ਮਸੀਹ ਜੀ। ਆਪ ਸਭ ਦਾ ਸਵਾਗਤ ਕਰਦੇ ਹਾਂ, ਸੁਣਨ ਵਾਲਿਆਂ ਦਾ, ਦੇਖਣ ਵਾਲਿਆਂ ਦਾ। ਹਾਲੇਲੂਇਆ। ਔਰ ਇਕਬਾਲ ਜੀ, ਆਪਾਂ ਪਰਮੇਸ਼ਰ ਦਾ ਫਿਰ ਇੱਕ ਵਾਰੀ ਸ਼ੁਕਰ ਕਰਦੇ ਹਾਂ। ਬਿਲਕੁਲ ਬਿਲਕੁਲ। ਔਰ ਪਰਮੇਸ਼ਰ ਸਾਨੂੰ ਸਮਾਂ ਦਿੰਦਾ ਆ, ਅਸੀਂ ਉਸ ਦੇ ਬੱਚਿਆਂ ਦੇ ਵਿੱਚ ਸਿੱਖ ਸਕੀਏ। ਔਰ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਤੁਹਾਡੀ ਜ਼ਿੰਦਗੀ ਦੇ ਵਾਸਤੇ ਵੀ, ਤੁਹਾਡੀ ਵੀ, ਸਾਰਿਆਂ ਲਈ। ਭੈਣ ਸਾਡੀ ਬਜ਼ੁਰਗ ਜਿਹੜੇ, ਹਾਂਜੀ, ਨਾਲੇ ਤੁਹਾਨੂੰ ਪਤਾ ਆਰਮੀ ਵਾਲੇ ਜਿੱਥੇ ਹੋਣ ਉੱਥੇ ਡਿਸਪਲਿਨ ਹੁੰਦਾ ਹੈ। ਹਾਲੇਲੂਇਆ। ਤੁਸੀਂ ਟਾਈਮ ਕੱਢ ਕੇ ਆਉਂਦੇ ਆ। ਆਮੇਨ। ਸ਼ੁਕਰ ਕਰਦੇ ਹਾਂ, ਖੁਦਾਵੰਦ ਦਾ ਸ਼ੁਕਰ ਹੈ। ਤੇ ਅੱਜ ਆਪਾਂ ਪੜ੍ਹਦੇ ਹਾਂ ਜੀ। ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਜ਼ਬੂਰ, ਸਾਮਸ, ਭਜਨ ਪੜ੍ਹਦੇ ਹੈਗੇ। 111 ਦੀਆਂ ਪਹਿਲੀਆਂ 5 ਆਇਤਾਂ ਪੜ੍ਹਦੇ ਹਾਂ ਜੀ। ਹਾਲੇਲੂਇਆ। ਉਹਦੇ ਵਿੱਚ ਲਿਖਿਆ ਹੈ 111 ਦੀ। ਹਾਂਜੀ, ਉਹਦਾ ਹੈਡਿੰਗ ਹੀ ਇਹ ਆ, ਪ੍ਰਭੂ ਦੀ ਉਸਤਤ ਵਿੱਚ ਗਾਇਆ ਭਜਨ। ਕੀ ਬਾਤ। ਹਾਂਜੀ, ਉਹਦਾ ਹੈਡਿੰਗ ਹੀ, ਉਹਦਾ ਉੱਪਰ ਸੁਰਖੀ ਇਹ ਆ। ਹਾਂਜੀ, ਸੁਰਖੀ। ਹਾਂਜੀ, ਮੇਨ ਜਿਹੜੀ ਹੈ ਨਾ ਜੀ। ਤੇ ਉਹ ਲਿਖਿਆ ਹੈ, ਹਾਲੇਲੂਇਆ। ਅੱਗੇ ਲਿਖਿਆ ਹੈ, ਪ੍ਰਭੂ ਦੀ ਜੈ। ਹਾਂਜੀ, ਭਲੇ ਲੋਕਾਂ ਅਰਥਾਤ ਸੰਗਤਾਂ ਦੇ ਸਾਹਮਣੇ ਮੈਂ ਆਪਣੇ ਪੂਰੇ ਜਾਨ ਨਾਲ ਉਸ ਦਾ ਧੰਨਵਾਦ ਕਰਦਾ ਹਾਂ। ਹਾਲੇਲੂਇਆ। ਪ੍ਰਭੂ ਦੇ ਕੰਮ ਮਹਾਨ ਹਨ ਜੀ। ਜੋ ਲੋਕ ਉਹਨਾਂ ਦੀ ਚਾਹ ਰੱਖਦੇ ਹਨ, ਉਹਨਾਂ ਦੀ ਭਾਲ ਕਰਦੇ ਹਨ। ਪ੍ਰਭੂ ਦੇ ਕੰਮ ਵੱਡੇ ਪ੍ਰਤਾਪਵਾਨ ਹਨ। ਆਮੇਨ। ਉਸ ਦੀ ਸੱਚਾਈ ਸਦਾ ਰਹਿਣ ਵਾਲੀ ਹੈ। ਹਾਲੇਲੂਇਆ। ਹਾਂਜੀ, ਪ੍ਰਭੂ ਸਾਨੂੰ ਆਪਣੇ ਅਦਭੁਤ ਕੰਮਾਂ ਦੀ ਯਾਦ ਕਰਵਾਉਂਦਾ ਹੈ। ਉਹ ਕਿਰਪਾਲੂ ਅਤੇ ਦਿਆਲੂ ਹੈ। ਹਾਂਜੀ, ਉਹ ਆਪਣੇ ਡਰਨ ਵਾਲਿਆਂ ਨੂੰ ਖਾਣ ਲਈ ਭੋਜਨ ਦਿੰਦਾ ਹੈ। ਡਰਨ ਵਾਲਿਆਂ ਨੂੰ। ਹਾਂਜੀ, ਉਹ ਆਪਣੇ ਨੇਮ ਨੂੰ ਹਮੇਸ਼ਾ ਯਾਦ ਰੱਖਦਾ ਹੈ। ਹਾਲੇਲੂਇਆ। ਪਰਮੇਸ਼ਰ ਪਿਤਾ, ਆਪ ਮਹਾਨ ਹੋ, ਆਪ ਦੀ ਦਇਆ ਕਿਰਪਾ ਮਹਾਨ ਹੈ। ਔਰ ਆਪ ਆਪਣੇ ਡਰਨ ਵਾਲਿਆਂ 'ਤੇ ਹਮੇਸ਼ਾ ਰਹਿਮ ਕਿਰਪਾ ਰੱਖਦੇ ਹੋ। ਪਰਮੇਸ਼ਰ ਪਿਤਾ, ਅੱਜ ਦੇ ਵਚਨ ਦੇ ਵਿੱਚ ਅਸੀਂ ਸੁਣਿਆ ਹੈ, ਪੜ੍ਹਿਆ ਹੈ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੀ ਵਫਾਦਾਰੀ ਦੇ ਲਈ ਔਰ ਇੱਕ ਇੱਕ ਚੀਜ਼ ਦੇ ਲਈ। ਪਰਮੇਸ਼ਰ ਪਿਤਾ, ਜੋ ਆਪ ਸਾਨੂੰ ਦਿੰਦੇ ਹੋ, ਅਸੀਂ ਇਸੇ ਤਰ੍ਹਾਂ ਹੀ ਆਪ ਦੇ ਵਿੱਚ ਬਣੇ ਰਹੀਏ, ਹੋਰ ਆਪ ਦੇ ਵਿੱਚ ਵੱਧਦੇ ਰਹੀਏ, ਆਪ ਦੇ ਵਚਨ ਨੂੰ ਹੋਰ ਆਪ ਨੂੰ ਜਾਣਦੇ ਰਹੀਏ। ਪਰਮੇਸ਼ਰ ਪਿਤਾ, ਔਰ ਆਪ ਦਾ ਵਚਨ, ਆਪ ਦਾ ਪਿਆਰ ਅੱਗੇ ਵੰਡਦੇ ਰਹੀਏ। ਔਰ ਹੋਰ ਵੀ ਪਰਮੇਸ਼ਰ ਪਿਤਾ, ਇਹੋ ਜਿਹੇ ਮੌਕੇ, ਇਹੋ ਜਿਹੇ ਰਾਸਤੇ ਖੋਲ੍ਹੋ। ਅੱਜ ਹੁਣ ਅਸੀਂ ਜੋ ਬਾਈਬਲ ਸਟੱਡੀ ਕਰਨ ਜਾ ਰਹੇ ਹਾਂ, ਪਰਮੇਸ਼ਰ ਪਿਤਾ, ਇਹ ਸਾਰੀ ਮੀਟਿੰਗ, ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਔਰ ਇਸ ਮੀਟਿੰਗ ਨੂੰ ਔਰ ਬ੍ਰਦਰ ਇਕਬਾਲ ਜੀ ਨੂੰ ਪਰਮੇਸ਼ਰ ਪਿਤਾ, ਜੋ ਕੁਛ ਵੀ ਬੋਲਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ। ਪਵਿੱਤਰ ਆਤਮਾ ਜੀ ਆਪ ਵੱਲੋਂ ਹੋਵੇ। ਸਾਨੂੰ ਗਾਈਡ ਕਰੋ, ਲੀਡ ਕਰੋ, ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਔਰ ਇਸ ਦਾ ਬਹੁਤ ਸਾਰਾ ਫਲ ਪਰਮੇਸ਼ਰ ਪਿਤਾ ਆਪ ਦੇ ਰਾਜ ਦੇ ਲਈ ਆਵੇ। ਪਰਮੇਸ਼ਰ, ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ। ਹਾਲੇਲੂਇਆ। ਜੈ ਮਸੀਹ ਜੀ। ਜੈ ਮਸੀਹ ਜੀ। ਆਪਾਂ ਜੀ ਬਾਈਬਲ ਸਟੱਡੀ ਕਰ ਰਹੇ ਹਾਂ ਜੀ। ਹਾਲੇਲੂਇਆ। ਪ੍ਰਕਾਸ਼ ਦੀ ਪੋਥੀ। ਹਾਂਜੀ, ਤੇ ਉਹਦੀ ਆਪਾਂ ਕਰ ਰਹੇ ਹੈਗੇ ਹਾਂ ਬਾਈਬਲ 20ਵੀਂ ਆਇਤ, ਆਪਣੀ 20ਵਾਂ ਚੈਪਟਰ। ਹਾਂਜੀ, 20ਵਾਂ ਚੈਪਟਰ। ਹੁਣ ਚੈਪਟਰ ਥੋੜ੍ਹੇ ਰਹਿ ਚੱਲੇ ਆ। ਹਾਂਜੀ, ਤੇ 20 ਦੀਆਂ ਆਪਾਂ 4 ਤੋਂ 10 ਕੀਤੀਆਂ ਸੀਗੀਆਂ ਜੀ। ਇਹ ਕੰਟੀਨਿਊਸ ਹਾਲਾ ਹੋ ਚੱਲਿਆ ਜੀ। ਠੀਕ ਹੈ ਜੀ, ਠੀਕ ਹੈ। ਸੋ ਇਹ ਜਿਹੜੇ ਚੈਪਟਰ ਹੈਗਾ ਨਾ ਪ੍ਰਕਾਸ਼ ਦਾ ਪੋਥੀ, ਹਾਂਜੀ, ਪ੍ਰਕਾਸ਼ ਦੀ ਪੋਥੀ ਜਾਂ ਬੁੱਕ ਆਫ ਰੈਵਲੇਸ਼ਨ, ਯਹੋਨਾ ਰਫ਼ ਦਾ ਮੁਕਾਸ਼ਫਾ, ਉਹਦਾ ਇਹ ਜਿਹੜੇ 20, 21, 22 ਚੈਪਟਰ ਨੇ, ਇਹ ਬਹੁਤ ਹੀ ਇੰਪੋਰਟੈਂਟ ਜਾਂ ਬੜੇ ਅਹਿਮ ਚੈਪਟਰਸ ਨੇ। ਔਰ ਇਹਦੇ ਵਿੱਚ ਬਹੁਤ ਕੁਛ ਸਾਨੂੰ ਆਇੰਦਾ ਆਉਣੇ ਵਾਲੇ ਖੁਦਾਵੰਦ ਯਿਸੂ ਮਸੀਹ ਦੀ 1000 ਸਾਲਾ ਬਾਦਸ਼ਾਹੀ ਅਤੇ ਅੱਗੇ ਕੀ ਹੋਣਾ, ਜਿਹਨੂੰ ਕਹਿ ਲਓ ਅੰਤ ਤੱਕ ਦਾ ਸਾਰੇ ਜਿਹੜੇ ਨੇ ਨਾ, ਉਹ ਇਹਦੇ ਵਿੱਚ ਦੱਸੇ ਗਏ ਨੇ। ਔਰ ਇਹ ਇਹਦੇ ਵਿੱਚ ਗੁਪਤ ਨੇ। ਸੋ ਬਹੁਤ ਜ਼ਰੂਰੀ ਹੈ। ਅਤੇ ਲਾਸਟ ਅਸੀਂ
ਕੁਝ ਵਰਸਿਸ ਸਟੱਡੀ ਕੀਤੀਆਂ ਸਨ ਜੀ ਪ੍ਰਕਾਸ਼ ਦੀ ਪੋਥੀ ਉਹਦੀ 20 ਦੀ 4 ਤੋਂ 10 ਜੀ ਤੇ ਲੇਕਿਨ ਇਹ ਪੂਰਾ ਚੈਪਟਰ ਨੂੰ ਕੋਸ਼ਿਸ਼ ਅਸੀਂ ਇਹਦੇ ਤੇ ਥੋੜਾ ਫੋਕਸ ਕਰੀਏ ਤੇ ਉਹਦੇ ਤੇ ਅਸਾਂ ਦੇਖਿਆ ਸੀ ਕਿ ਇਹ ਬਾਦਸ਼ਾਹੀ ਜਿਹੜੀ 1000 ਸਾਲਾ ਬਾਦਸ਼ਾਹੀ ਜਿਹਦਾ ਜ਼ਿਕਰ ਹੋ ਰਿਹਾ ਸੀ, ਜਿਹਦੇ 2 ਪੁਆਇੰਟ ਆਪਾਂ ਦੇਖ ਲਏ ਸਨ ਹਾਂਜੀ ਕਿ ਇਹ ਕਦੋਂ ਸੈਟਅਪ ਹੋਏਗੀ, ਯਾਨੀ ਕਦੋਂ ਇਹ ਆਏਗੀ ਜਾਂ ਸ਼ੁਰੂ ਹੋਏਗੀ। ਸੋ ਅਸੀਂ ਸਟੱਡੀ ਕੀਤਾ ਸੀ ਕਿ ਪਰਮੇਸ਼ਵਰ ਨੇ ਇਬਰਾਹਿਮ ਨਾਲ ਤੇ ਦਾਊਦ ਦੇ ਨਾਲ ਕੁਝ ਵਾਅਦੇ ਕੀਤੇ ਸਨ ਕਿ ਤੁਹਾਨੂੰ ਕੀ ਹੋਏਗਾ ਕਿ ਜਿਹੜੀ ਇਸਰਾਈਲ ਕੌਮ ਹੈ, ਜਿਹੜੀ ਚੁਣੀ ਹੋਈ ਕੌਮ ਹੈ, ਉਹਨੂੰ ਕੁਝ ਗਰੰਟੀਆਂ ਦਿੱਤੀਆਂ ਗਈਆਂ ਸਨ ਕਿ ਤੁਹਾਡੀ ਇਸ ਧਰਤੀ ਉੱਤੇ ਵੀ ਤੁਹਾਡਾ ਰਾਜ ਹੋਏਗਾ। ਸੋ ਅਸੀਂ ਦੇਖਦੇ ਹਾਂ ਕਿ ਜਿਹਦੇ ਵਸੀਲੇ ਨਾਲ ਹੋਰ ਵੀ ਗੋਥਾਂ, ਹੋਰ ਵੀ ਨੇਸ਼ਨਸ ਜਾਂ ਹੋਰ ਵੀ ਮੁਲਕ, ਹੋਰ ਵੀ ਗੈਰ ਕੌਮਾਂ ਜਿਹੜੀਆਂ ਉਦੋਂ ਹੋਣਗੀਆਂ ਉਹ ਵੀ ਬਰਕਤ ਪਾਉਣਗੀਆਂ। ਸੋ ਪਹਿਲਾ ਪੁਆਇੰਟ ਅਸਾਂ ਇਹ ਦੇਖ ਲਿਆ ਸੀ ਕਿ ਆਪਣਾ ਕਿ ਪ੍ਰਭੂ ਯਿਸੂ ਮਸੀਹ, ਚਰਚ ਤੇ ਪਵਿੱਤਰ ਦੂਤ ਆਪਣੇ ਤੇਜ ਜਾਂ ਜਲਾਲ ਦੇ ਵਿੱਚ ਵਾਪਸ ਆ ਕੇ ਇਸ ਬਾਦਸ਼ਾਹੀ ਨੂੰ ਕਰੇਗਾ। ਫਿਰ ਦੂਸਰਾ ਪੁਆਇੰਟ ਆਪਾਂ ਦੇਖਿਆ ਸੀ ਕਿ ਇਹ ਕਦੋਂ, ਇਹ ਅਸੀਂ ਇਹ ਦੇਖ ਰਹੇ ਹਾਂ 1000 ਸਾਲਾ ਬਾਦਸ਼ਾਹੀ ਕਦੋਂ ਆਪਣਾ ਇਹ ਸ਼ੁਰੂ ਹੋਏਗਾ, ਇਹ ਰਾਜ। ਸੋ ਅਸੀਂ ਫਿਰ ਇਹ ਦੇਖਿਆ ਸੀ ਕਿ ਸੈਕੰਡ ਪੁਆਇੰਟ ਵਿੱਚ ਕਿ ਚਰਚ ਜਦੋਂ ਚੁੱਕਿਆ ਜਾਏਗਾ ਔਰ ਉਹਦੇ ਤਕਰੀਬਨ 7 ਸਾਲਾਂ ਬਾਅਦ ਅਸੀਂ ਪ੍ਰਭੂ ਯਿਸੂ ਨਾਲ ਵਾਪਸ ਇਸ ਧਰਤੀ 'ਤੇ ਆਣ ਕੇ, ਤੇ ਇਹਦੇ ਬੜੇ ਸਾਰੇ ਹਵਾਲੇ ਨੇ ਕਿਉਂਕਿ ਬਾਈਬਲ ਸਟੱਡੀ ਹੈ ਔਰ ਇਹ ਸਾਰੇ ਵਰਸਿਸ ਹਵਾਲੇ ਪੁਰਾਣੇ ਨੇਮ ਵਿੱਚ, ਨਵੇਂ ਨੇਮ ਦੇ ਵਿੱਚ ਇਹ ਦੱਸਦੇ ਨੇ ਕਿ ਇਹ ਵਾਕਈ ਇਹ ਹਕੀਕਤ ਵਿੱਚ ਹੋਣਾ ਹੈ। ਸੋ ਹੁਣ ਅੱਗੇ ਫਿਰ ਇਹ ਜਦੋਂ ਅਸੀਂ ਇਹਨੂੰ ਕੰਪਲੀਟ ਕਰਾਂਗੇ ਉਹਦੇ ਬਾਅਦ ਕੁਝ ਮੋਟੇ ਲਿਖ ਲਓ ਕਿ ਇਹਨਾਂ ਦੀ ਜਾਣਕਾਰੀ ਇਹਨਾਂ 3 ਚੈਪਟਰਾਂ 'ਚ ਔਰ ਖ਼ਾਸ ਤੌਰ 'ਤੇ 20 ਚੈਪਟਰ ਦੇ ਵਿੱਚ ਅਸੀਂ ਕਵਰ ਕਰਾਂਗੇ। ਨੰਬਰ 1 ਕਿ ਅਸੀਂ ਦੇਖ ਰਹੇ ਹਾਂ ਕਿ ਇਹ ਬਾਦਸ਼ਾਹੀ ਕਦੋਂ ਸ਼ੁਰੂ ਹੋਏਗੀ, ਠੀਕ ਹੈ, ਜਿਹਦੇ 2 ਪੁਆਇੰਟ ਦੇਖ ਚੁੱਕੇ ਨੇ, ਅੱਜ 3 ਤੋਂ ਗਾਂ ਚਲਾਂਗੇ। ਦੂਸਰਾ ਇਹ ਵੇ ਕਿ ਇਹ 1000 ਸਾਲਾ ਬਾਦਸ਼ਾਹੀ ਵਾਕਈ ਹੋਣੀ ਹੈ ਜਾਂ ਇੰਝ ਹੀ ਹੋਣੀ ਹੈ, ਰੂਹਾਨੀ ਤੌਰ 'ਤੇ ਨਹੀਂ, ਇਹ ਉਂਝ ਹੀ ਹੈ ਜਿੰਝ ਜਿਹੜੀਆਂ ਹੁਣ ਗੌਰਮੈਂਟਾਂ ਚੱਲ ਰਹੀਆਂ ਨੇ। ਰੂਹਾਨੀ ਤੌਰ ਤੇ ਨਹੀਂ, ਸੱਚੀ ਮੁੱਚੀ ਹੋਏਗੀ। ਜਿਸ ਤਰ੍ਹਾਂ ਹੁੰਦਾ ਤਾਂ ਰੂਹਾਨੀ ਤੌਰ ਤੇ ਵੀ ਸੱਚੀ ਹੁੰਦਾ, ਪਰ ਇਹ ਫਿਜ਼ੀਕਲੀ ਜਿੱਦਾਂ ਫਿਜ਼ੀਕਲੀ ਹੁਣ ਹੁੰਦਾ ਆ ਜੀ, ਹੁਣ ਉਸ ਤਰ੍ਹਾਂ ਰਾਜ ਹੋਏਗਾ ਸਾਰੀ ਦੁਨੀਆ ਤੇ। ਹਾਂਜੀ, ਫਿਰ ਇਹਦੇ ਵਿੱਚ ਜੇ ਰਾਜ ਹੋਣਾ ਹੈ ਤੇ ਕਿਸ ਕਿਸਮ ਦੀ ਗਵਰਨਮੈਂਟ ਹੋਏਗੀ? ਭਾਈ ਗਵਰਨਮੈਂਟ ਤੇ ਹੁੰਦੀ ਹੈ ਜਿਹਦੇ 'ਚ ਇਲੈਕਸ਼ਨ ਹੋਣਗੇ ਜਾਂ ਕੀ ਹੋਏਗੀ, ਇਹਦੇ ਮੁਤਲਕ ਵੀ ਆਪਾਂ ਦੇਖਾਂਗੇ ਕਿਉਂਕਿ ਇੱਕ ਬਾਦਸ਼ਾਹੀ ਹੋਣੀ ਹੈ ਤੇ ਉਹ ਕਿਸ ਕਿਸਮ ਦੀ ਬਾਦਸ਼ਾਹੀ ਹੋਣੀ, ਕਿਸ ਕਿਸਮ ਦੀ ਗਵਰਨਮੈਂਟ ਹੋਏਗੀ। ਫਿਰ ਇਹ 1000 ਸਾਲ ਬਾਦਸ਼ਾਹੀ ਦਾ ਕੈਪੀਟਲ ਜਿਹੜਾ ਹੁੰਦਾ ਹੈ, ਦਾਰੁਲ ਹਕੂਮਤ ਜਾਂ ਕੀ ਕਹਿੰਦੇ, ਰਾਜਧਾਨੀ ਕਿੱਥੇ ਹੋਏਗੀ? ਜਦੋਂ ਇਹ ਵੀ ਇੱਕ ਇਹਦੇ ਵਿੱਚ ਹੀ ਇਹ ਚੀਜ਼ਾਂ ਗੁਪਤ ਹੋਈਆਂ ਦੀਆਂ ਨੇ ਜਿਹੜੀਆਂ ਆਪਾਂ ਇਸੇ ਚੈਪਟਰ ਵਿੱਚ ਬਿਆਨ ਕਰਨੀਆਂ ਨੇ। ਫਿਰ ਜੀ ਇਹ 1000 ਸਾਲਾ ਬਾਦਸ਼ਾਹੀ 'ਚ ਇਹ ਖਾਲੀ ਇਹਦੀ ਹੱਦ ਕਿੰਨੀ ਹੋਣੀ ਹੈ, ਯਾਨੀ ਐਕਸਟੈਂਟ ਜਿਹਨੂੰ ਕਹਿੰਦੇ ਨੇ, ਕਿ ਇਹ ਖਾਲੀ ਉਸੇ ਏਰੀਏ ਲਈ ਜਾਂ ਪੂਰੀ ਦੁਨੀਆ ਦੇ ਲਈ? ਸੋ ਇਹਦੇ 'ਚ ਅਸੀਂ ਦੇਖਾਂਗੇ ਪੂਰੀ ਦੁਨੀਆ ਦੇ ਲਈ ਇਹ ਸਾਰੇ ਅਸਾਂ ਸਟੱਡੀ ਕਰਨੇ ਨੇ। ਫਿਰ 1000 ਸਾਲਾ ਬਾਦਸ਼ਾਹੀ ਦੀ ਚੂੰਕਿ ਚੈਪਟਰ ਹੈਗਾ 20 ਤੇ ਇਹਦੇ ਵਿੱਚ ਇਹ ਰਿਆਇਆ ਜਾਂ ਇਹ ਕਿਹੜੀ ਜਨਤਾ ਕਿਹੜੀ ਹੋਣੀ ਵੀ ਕਿਹਨਾਂ ਉੱਤੇ ਇਹ ਕੀ ਨਿਜ਼ਾਮ ਹੋਏਗਾ, ਹੈ ਨਾ। ਫਿਰ 1000 ਸਾਲਾ ਬਾਦਸ਼ਾਹੀ 'ਚ ਕੁਝ ਲਾਅ ਜਾਂ ਕਾਨੂੰਨ ਵੀ ਹੋਣਗੇ ਕਿ ਐਵੇਂ ਹੀ ਵੀ ਚੱਲਦੀ ਰਹੇਗੀ, ਠੀਕ ਹੈ। ਫਿਰ 1000 ਸਾਲਾ ਬਾਦਸ਼ਾਹੀ 'ਚ ਕਿਹੜੇ ਕਾਨੂੰਨ ਹੋਣਗੇ ਬਈ, ਕਹਿੰਦੇ ਕਿਹੜੇ ਕੀ ਕਾਨੂੰਨ ਹੋਣਗੇ, ਜਿਸ ਤਰ੍ਹਾਂ ਹੁਣ ਸਾਡੇ ਕੈਨੇਡਾ ਦੇ ਕਾਨੂੰਨ ਨੇ, ਹੋਰ ਮੁਲਕਾਂ ਦੇ ਨੇ। ਸੋ ਫਿਰ ਉਸ ਵੇਲੇ ਜਿਹੜੀਆਂ ਜੈਂਟਾਈਲਸ ਜਾਂ ਹੋਰ ਗੈਰ ਕੌਮਾਂ ਕਿੱਥੇ ਹੋਣਗੀਆਂ?
ਤੁਹਾਡੇ ਸਵਾਲ ਅੱਗੇ ਆਣਗੇ। ਸੋ ਇਹ ਜਿਹੜੀ ਇਹ ਜਿਹੜੀ ਰਾਜ ਹੈ, ਇਹ ਗਾਂ ਬਸ 1000 ਸਾਲ ਤੱਕ ਹੀ ਜਾਂ ਗਾਂ ਵੀ ਚੱਲੇਗਾ, ਐਵਰ ਲਾਸਟਿੰਗ ਇਹਨੂੰ ਕਹਿ ਲਓ ਤੁਸੀਂ, ਹੈ ਨਾ। ਅਤੇ ਇਹ ਫਿਰ ਇਹ ਵੀ ਵੇਖਾਂਗੇ ਕਿ ਇਹ ਜਦੋਂ 1000 ਸਾਲਾ ਬਾਦਸ਼ਾਹੀ ਸ਼ੁਰੂ ਹੋਏਗੀ ਅਤੇ ਇਹ ਯਹੂਦੀਆਂ ਕੋਲ ਕੋਈ ਮੰਦਰ ਹੋਏਗਾ, ਟੈਂਪਲ ਹੋਏਗੀ ਕਿ ਨਹੀਂ ਹੋਏਗੀ ਉਦੋਂ, ਕਿਉਂਕਿ ਇਹ ਤਾਂ ਜਦੋਂ ਆਰਮਾਗਡਨ ਦੀ ਜੰਗ ਹੋਣੀ ਹੈ ਉਹਦੇ 'ਚ ਤਬਾਹ ਕਰ ਦੇਣੀ ਹੈ ਨਾ, ਤੇ ਉਦੋਂ ਹੋਏਗੀ ਕਿ ਨਹੀਂ ਹੋਏਗੀ। ਇਹ ਬੜੇ ਇੰਪੋਰਟੈਂਟ, ਤਾਂ ਕਿ ਸਾਡੇ ਨਜ਼ਦੀਕ ਇਹ ਪਹੁੰਚੇ ਕਿ 1000 ਸਾਲਾ ਬਾਦਸ਼ਾਹੀ ਵਾਕਈ ਇੱਕ ਜ਼ਮੀਨ ਧਰਤੀ ਉੱਤੇ ਠੀਕ ਠਾਕ ਬਾਦਸ਼ਾਹੀ ਹੋਏਗੀ ਜੇ ਹੁਣ ਹੈਗੀਆਂ ਨੇ। ਸੋ ਉਹਦੇ ਬਾਅਦ ਫਿਰ ਅਸੀਂ ਸਟੱਡੀ ਇਹਦੇ ਵਿੱਚ ਹੀ ਕਰਾਂਗੇ, ਟਾਪਿਕ ਤੇ ਬੜੇ ਨਿਕਲ ਆਏ ਨੇ ਕਿ ਉਹ ਜਿਹੜੀ ਹੈਕਲ ਦੇ ਵਿੱਚੋਂ ਇੱਕ ਨਵਾਂ ਮੰਦਰ ਬਣੇਗਾ ਜਿਹੜਾ ਪ੍ਰਭੂ ਯਿਸੂ ਮਸੀਹ ਬਣਾਏਗਾ, ਫਿਰ ਉੱਥੇ ਇੱਕ ਦਰਿਆ ਨਿਕਲੇਗਾ। ਉਹ ਦਰਿਆ ਕਿਹੜਾ ਹੋਣਾ ਹੈ ਨਾ। ਸੋ ਫਿਰ ਕੀ ਉਹਦੇ ਵਿੱਚ ਜੱਜ ਹੋਣਗੇ, ਪ੍ਰੀਸਟ ਹੋਣਗੇ ਜਾਂ ਉਹਨੂੰ ਕਾਹਨ ਹੋਣਗੇ ਉਹਦੇ ਵਿੱਚ ਕਿ ਨਹੀਂ ਹੋਣਗੇ, ਅਤੇ ਕੀ ਉਹਦੇ ਵਿੱਚ ਫਿਰ ਆਫਰਿੰਗ ਵੀ ਹੋਇਆ ਕਰੇਗੀ ਕਿ ਨਹੀਂ ਟੈਂਪਲ ਦੇ ਵਿੱਚ। ਹਾਂ, ਜਿੱਦਾਂ ਮਤਲਬ ਜਾਨਵਰਾਂ ਦੀ ਕੁਰਬਾਨੀ, ਆਫਰਿੰਗ ਦੇਣੀ, ਹਾਂਜੀ ਹਾਂ। ਆਫਰਿੰਗ ਦੇ ਵਿੱਚ ਤੁਹਾਡਾ ਜਿਹੜੀ ਦਸਵੰਧ ਦੇ ਹੋਰ ਚੀਜ਼ਾਂ, ਕਿਉਂਕਿ ਉਹ ਆਫਰਿੰਗ ਜਾਂ ਫਿਰ ਜਿੱਦਾਂ ਹੁਣ ਪੁਰਾਣੇ ਨਿਯਮ ਦੇ ਵਿੱਚ ਹਾਂਜੀ ਕੁਰਬਾਨੀ, ਅਤੇ ਜਾਂ ਫਿਰ ਯਹੋਵਾ ਦੀਆਂ ਈਦਾਂ ਜਿਹੜੀਆਂ ਪਹਿਲੇ ਹੁੰਦੀਆਂ ਸਨ ਉਹ ਇਸ ਟੈਂਪਲ ਵਿੱਚ ਹੋਣਗੀਆਂ ਕਿ ਨਹੀਂ ਹੋਣਗੀਆਂ। ਇਹ ਬਹੁਤ ਜ਼ਬਰਦਸਤ ਇੱਕ ਹੈ। ਸੋ ਇਹਦੇ ਵਿੱਚ ਲਿਵਿੰਗ ਕੰਡੀਸ਼ਨ ਕੀ ਹੋਏਗੀ, ਲੋਕਾਂ ਨੇ ਰਹਿਣਾ ਕਿੱਥੇ, ਪੂਰਾ ਨਿਜ਼ਾਮ ਨੇ। ਫਿਰ ਉਹਦੇ ਬਾਅਦ ਭਈ ਇਸ ਪੀਰੀਅਡ ਵਿੱਚ ਪਰਮੇਸ਼ਵਰ ਦੀ ਯੋਜਨਾ ਜਾਂ ਉਹਦਾ ਪਰਪਸ ਕੀ ਹੋਣਾ, ਅਤੇ ਫਿਰ ਇਹ ਸਿਰਫ 20 ਚੈਪਟਰ ਦੀ ਗੱਲ ਕਰ ਰਹੇ ਹਾਂ। ਫਿਰ ਇਹਦੇ ਵਿੱਚ ਪਰਮੇਸ਼ਵਰ ਦਾ ਇਰਾਦਾ ਕਿੰਝ ਉਹ ਪੂਰਾ ਹੋਏਗਾ, ਹਾਂਜੀ। ਅਤੇ ਫਿਰ ਇਹ ਜਿਹੜਾ ਸ਼ੈਤਾਨ ਦਾ ਜਿਹੜਾ ਹੈਗਾ ਇਹਦੀ ਆਖਰਤ ਕਿੱਥੇ ਹੋਏਗੀ, ਔਰ ਉਹਦੇ ਬਾਅਦ ਫਿਰ ਅਸੀਂ 20 ਚੈਪਟਰ ਵਿੱਚ ਇਹ ਵੇਖਾਂਗੇ ਕਿ ਚਿੱਟੇ ਤਖਤ ਦੀ ਅਦਾਲਤ ਇੱਕ ਹੋਣੀ ਹੈ। ਸੋ ਇਹ ਕਾਫੀ ਸਾਰੇ ਸਾਡੇ ਕੋਲ ਹੈਗੇ ਨੇ ਜਿਹੜੇ ਆਪਾਂ ਕਵਰ ਕਰਾਂਗੇ, ਅਤੇ ਫਿਰ ਸਮਝਾਂਗੇ ਕਿ ਵਾਕਈ ਯਾਰ ਇਹ ਕੋਈ ਹਵਾ 'ਚ ਨਹੀਂ ਹੋਣੀ, ਔਰ ਇਹ ਸਾਰੀਆਂ ਚੀਜ਼ਾਂ ਬਹੁਤ ਬਾਈਬਲ ਵਿੱਚ ਹਵਾਲੇ ਨੇ। ਸੋ ਅੱਜ ਅਸੀਂ ਤੀਸਰਾ ਪੁਆਇੰਟ ਦੇਖਾਂਗੇ ਕਿ ਕਦੋਂ ਸੈਟਅਪ ਹੋਏਗੀ, ਯਾਨੀ ਇਹ ਬਾਦਸ਼ਾਹੀ ਕਦੋਂ ਸ਼ੁਰੂ ਹੋਏਗੀ, ਹੈ ਨਾ। 2 ਲਾਸਟ ਸਟੱਡੀ 'ਚ ਹੋ ਗਏ। ਸੋ ਤੀਸਰੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਟ੍ਰਿਬੂਲੇਸ਼ਨ ਜਾਂ ਔਰ ਗ੍ਰੇਟ ਟ੍ਰਿਬੂਲੇਸ਼ਨ ਦੇ ਐਂਡ ਤੇ ਤੋਂ ਬਾਅਦ ਇਹ ਬਾਦਸ਼ਾਹੀ ਆਏਗੀ, ਜਦੋਂ ਗੈਰ ਕੌਮਾਂ ਜਿਹੜੀਆਂ ਨੇ ਜ਼ਕਰੀਆ 14 ਦੇ ਮੁਤਾਬਿਕ ਉਹ ਹਮਲਾ ਕਰਨਗੀਆਂ, ਹੈ ਨਾ, ਇਸਰਾਈਲ ਉੱਤੇ, ਯਰੂਸ਼ਲਮ ਉੱਤੇ। ਅਤੇ ਉਹਦੇ ਬਾਅਦ ਫਿਰ ਜਿੱਥੇ ਆਰਮਾਗਡਨ ਜੰਗ ਦੇ ਵਿੱਚ ਇਹ ਜਦੋਂ ਸਾਰਾ ਤਬਾਹੀ ਕਰ ਲੈਣਗੇ, ਅੱਧਾ ਸ਼ਹਿਰ ਲੈ ਲੈਣਗੇ, ਉਦੋਂ ਪ੍ਰਭੂ ਯਿਸੂ ਮਸੀਹ ਨਾਲ ਚਰਚ, ਨਾਲ ਪੁਰਾਣੇ ਨੇਮ ਦੇ ਸੰਤ, ਅਤੇ ਨਾਲ ਕੀ ਕਹਿ ਲਓ ਕਿ ਦੂਤ, ਉਹ ਜਿਹੜੇ ਨੇ ਉਹ ਉਦੋਂ ਆਉਣਗੇ। ਹਵਾਲੇ ਲਿਖ ਲਓ, ਬਹੁਤ ਹਵਾਲੇ ਨੇ। ਹੁਣ ਜੋ ਕਿ ਬਾਈਬਲ ਸਟੱਡੀ ਹੈ, ਔਰ ਇਹ ਬੜਾ ਅੱਛਾ ਲੱਗਦਾ ਹੈ ਜਦੋਂ ਥੋੜ੍ਹਾ ਟਾਈਮ ਲੱਗ ਜਾਂਦਾ ਹੈ, ਲੇਕਿਨ ਅਸੀਂ ਕਹਿੰਦੇ ਹਾਂ ਕਿੰਨਾ ਸੱਚਾ ਪ੍ਰਭੂ ਦਾ ਵਚਨ ਹੈ ਜਿਹੜਾ ਪ੍ਰਭੂ ਯਿਸੂ ਨੇ ਬਿਆਨ ਕੀਤਾ, ਅਤੇ ਪਿਛਲੇ ਜਿਹੜੇ ਪੁਰਾਣੇ ਨਬੀ ਸਨ ਉਹਨਾਂ ਦੇ ਥਰੂ। ਮਤੀ 24 ਦੀ 15 ਤੋਂ 31, ਮੈਥਿਊ ਚੈਪਟਰ 24 ਵਰਸਿਸ 15 to 31। ਫਿਰ ਜ਼ਕਰੀਆ 14 ਦੀ 1 ਤੋਂ 21 ਦੇ ਵਿੱਚ ਜ਼ਕਰਾਇਆ ਚੈਪਟਰ 14 ਫਸਟ 21 ਵਰਸਿਸ। ਫਿਰ ਡੈਨੀਅਲ 12 ਦੀ 1 ਤੋਂ 21, ਹਾਂਜੀ। ਇਹ ਪੂਰਾ ਬਿਆਨ ਹੈਗਾ ਹੈ। ਇਹ ਅਸੀਂ ਇਹ ਯਾਦ ਰੱਖੀਏ ਕਿ 1000 ਸਾਲਾ ਬਾਦਸ਼ਾਹੀ ਕਦੋਂ ਸੈਟਅਪ ਹੋਏਗੀ, ਉਹਦੇ ਬਾਰੇ 'ਚ ਗੱਲਬਾਤ ਹੈ। ਇਹ ਸਾਰੀ ਅਸੀਂ ਪੁਆਇੰਟ ਦੇਖ ਰਹੇ ਹਾਂ, ਹੈ ਨਾ। ਸੋ ਫਿਰ ਡੈਨੀਅਲ 12 ਦੀ 1 ਤੋਂ 13,
12 ਦੀ 1 ਤੋਂ 13 ਤੇ ਫਿਰ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ ਮੁਕਾਸ਼ਫਾ 19 ਦੀ 11 ਤੋਂ 21 ਦੇ ਵਿੱਚ। ਇਹ ਬੜਾ ਮਜ਼ਾ ਆਉਂਦਾ। ਹੁਣ ਸਾਡੇ ਕੋਲ ਟਾਈਮ ਇੰਨਾ ਨਹੀਂ ਕਿ ਅਸੀਂ ਸਾਰੇ ਪੜ੍ਹ ਸਕੀਏ, ਹੈ ਨਾ। ਸੋ ਫਿਰ ਚੌਥੀ ਪੁਆਇੰਟ ਇਹ ਦੇਖੀਏ ਕਿ ਇਹ ਕਦੋਂ ਸਟੈਬਲਿਸ਼ ਹੋਏਗੀ ਜਾਂ ਕਦੋਂ ਸ਼ੁਰੂ ਹੋਏਗੀ। ਇਹ ਜਦੋਂ ਯਿਸੂ ਦਾ ਵਿਰੋਧੀ ਜਾਂ ਐਂਟੀ ਕ੍ਰਾਈਸਟ ਮੁਖਾਲਫੇ ਮਸੀਹ ਦੇ ਜ਼ਾਹਿਰ ਹੋਣ ਤੇ ਜਿਹੜੀ ਲਾਅਲੈਸਨੈਸ ਜਦੋਂ ਬਹੁਤ ਹੋ ਜਾਏਗੀ, ਜਦੋਂ ਬਹੁਤ ਹੀ ਕੰਮ ਵਿਗੜ ਜਾਏਗਾ, ਹੈ ਨਾ। ਤੇ ਉਦੋਂ ਇਹ ਪ੍ਰਭੂ ਯਿਸੂ ਮਸੀਹ ਤੇ ਇਹ ਸਾਰੀ ਟੀਮ ਜਿਹੜੀ ਅਸੀਂ ਦੱਸ ਰਹੇ ਹਾਂ ਉਹ ਲੈਂਡ ਕਰੇਗੀ। ਤੇ ਪ੍ਰਭੂ ਯਿਸੂ ਮਸੀਹ 1000 ਸਾਲਾ ਬਾਦਸ਼ਾਹੀ ਤੋਂ ਪਹਿਲੇ ਇਹ ਜਿਹੜਾ ਝੂਠਾ ਨਬੀ ਹੈ ਤੇ ਯਿਸੂ ਦਾ ਵਿਰੋਧੀ ਹੈ, ਉਹ ਪਹਿਲੇ ਹੀ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਜਾਣਗੇ। ਕਿਸ ਤਰ੍ਹਾਂ ਪ੍ਰਭੂ ਯਿਸੂ ਆਏਗਾ ਔਰ ਉਹ ਉਹਨੂੰ ਤਬਾਹ ਕਰੇਗਾ, ਯਿਸੂ ਦੇ ਵਿਰੋਧੀ ਨੂੰ ਤੇ ਉਹਨੂੰ, ਤੇ ਇਹ ਜ਼ਿੰਦਾ ਫਿਰ ਅੱਗ ਦੀ ਝੀਲ ਵਿੱਚ ਪਾਏ ਜਾਣਗੇ। ਹਵਾਲੇ ਲਿਖ ਲਓ, 2 ਥੈਸਲੋਨੀਅਨ 2 ਥੈਸਲਨੀਕੀਆਂ 2 ਦੀ ਪਹਿਲੀ 12 ਵਰਸਿਸ। The book of Revelation chapter 19 verses 11 to 21, यानी प्रकाश की पोथी मुकाशफा 19 ਦੀ 11 ਤੋਂ 21। फिर डैनियल चैप्टर 7 वर्सेस 18 to 27। ये बड़े पढ़ना सारे ने, ये बहुत ज़रूरी है। डैनियल ਉਹਦੀ 7ਵਾਂ ਚੈਪਟਰ 18 ਤੋਂ 27। ਉਹਦੇ ਬਾਅਦ ਡੈਨੀਅਲ 8 ਦੀ 16 ਤੋਂ 27। ਇਹ ਇੱਕ ਅੱਧੀ ਵਰਸ ਨਹੀਂ ਕਿ ਬੰਦਾ ਕਹੇ ਕਿ ਇਹ ਤੇ ਮਤਲਬ ਇੰਨੀ ਇਹਦੇ ਉੱਤੇ ਭਵਿੱਖਬਾਣੀਆਂ ਜਾਂ ਪ੍ਰੋਫਸੀਜ਼ ਨੇ। ਡੈਨੀਅਲ 8 ਦੀ 16 ਤੋਂ 27 ਤੇ ਡੈਨੀਅਲ 9 ਦੀ 27। ਸੋ ਡੈਨੀਅਲ 11 ਦੀ 36 ਤੋਂ ਲੈ ਕੇ 12 ਦੀ 13 ਆਇਤ, ਠੀਕ ਹੈ। ਸੋ ਡੈਨੀਅਲ ਚੈਪਟਰ 11 ਵਰਸ 36 ਟੂ ਪੜ੍ਹਦਿਆਂ ਜਾਣਾ ਤੇ 12ਵੇਂ ਚੈਪਟਰ ਦੀ 13 ਜੀ। ਫਿਰ ਇਹ ਜਿਹੜੀ ਹੈ 1000 ਸਾਲਾ ਬਾਦਸ਼ਾਹੀ ਇਹ ਕਦੋਂ ਆਏਗੀ? ਜਦੋਂ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਯਿਸੂ ਦਾ ਵਿਰੋਧੀ ਤੇ ਕੀ ਕਹਿ ਲਓ ਉਹਨੂੰ ਝੂਠੇ ਨਬੀ ਨੂੰ ਯਿਸੂ ਜਦੋਂ ਤਬਾਹ ਕਰੇਗਾ, ਅੱਗ ਦੀ ਝੀਲ ਵਿੱਚ ਸੁੱਟੇਗਾ, ਉਹਦੇ ਬਾਅਦ ਫਿਰ 1000 ਸਾਲ ਦੇ ਲਈ ਸ਼ੈਤਾਨ ਤੇ ਉਹਦੇ ਡੇਗੇ ਗਏ ਫਰਿਸ਼ਤੇ ਜਾਂ ਸ਼ੈਤਾਨ ਦੀ ਪੂਰੀ ਟੀਮ ਉਹ ਸਾਰੀ ਅਥਾਹ ਕੁੰਡ ਦੇ ਵਿੱਚ 1000 ਸਾਲ ਲਈ ਡੱਕ ਦਿੱਤੀ ਜਾਏਗੀ। ਇਹ 1000 ਸਾਲ ਬਾਦਸ਼ਾਹੀ ਸ਼ੁਰੂ ਹੋਣ ਤੋਂ ਪਹਿਲੇ ਦੀ ਗੱਲ ਹੋਣ ਦੀ ਹੈ। ਤੇ ਉਹਦੇ ਵੀ ਯਾਨੀ ਉਹ ਸ਼ੈਤਾਨ ਬੰਨਿਆ ਜਾਏਗਾ ਤੇ 1000 ਸਾਲ ਲਈ ਉਹ ਤੇ ਉਹਦੇ ਡੇਗੇ ਗਏ ਫਰਿਸ਼ਤੇ ਤੇ ਭੈੜੀ ਆਤਮਾਵਾਂ ਸਾਰੀਆਂ ਅਥਾਹ ਕੁੰਡ ਯਾਨੀ ਬਾਟਮਲੈਸ ਪਿਟ ਅਥਾਹ ਗੜੇ ਸੁੱਟੀਆਂ। ਰੈਵਲੇਸ਼ਨ ਚੈਪਟਰ 19 ਤੋਂ ਲੈ ਕੇ ਰੈਵਲੇਸ਼ਨ 20 ਦੀ 7 ਤੱਕ, ਯਾਨੀ ਪ੍ਰਕਾਸ਼ ਦੀ ਪੋਥੀ ਉਹਦੀ 19 ਚੈਪਟਰ 11 ਤੋਂ ਲੈ ਕੇ ਇਹ ਸਾਰਾ 20 ਦੀ 7ਵੀਂ ਆਇਤ ਤੱਕ ਇਹ ਵਾਕਿਆ ਹੈਗਾ। ਅੱਛਾ, ਇਹ 1000 ਸਾਲਾ ਬਾਦਸ਼ਾਹੀ ਕਦੋਂ? 19 ਦੀ 11 ਤੋਂ ਲੈ ਕੇ ਕਿੰਨੇ ਤੱਕ? ਸੌਰੀ, 19 ਦੀ 11 ਤੋਂ ਲੈ ਕੇ 20 ਦੀ 7ਵੀਂ ਆਇਤ ਤੱਕ। ਓਕੇ, ਠੀਕ ਹੈ। ਇਹਨੂੰ ਜ਼ਰਾ ਤੁਸੀਂ ਦੁਹਰਾ ਦਿਓ। ਹਾਂ, ਇਹ ਹੈਗਾ ਜੀ 11 ਸੌਰੀ ਰੈਵਲੇਸ਼ਨ 19 ਦੀ 11 ਤੋਂ ਲੈ ਕੇ 20 ਦੀ 7 ਤੱਕ ਪੜ੍ਹਦੇ ਹੀ ਜਾਣਾ। ਫਿਰ ਜੀ ਇਹ ਜਿਹੜੀ ਪਹਿਲਾ ਪੁਨਰੁੱਥਾਨ ਯਾਨੀ ਪਹਿਲਾ ਰੈਜ਼ੋਰੈਕਸ਼ਨ ਹੈ ਜਾਂ ਉਹਨੂੰ ਕਹਿ ਲਓ ਪਹਿਲੀ ਕਿਆਮਤ ਤੋਂ ਬਾਅਦ, ਪਹਿਲਾ ਜ਼ਰਾ ਇਹਨੂੰ ਕਲੀਅਰ ਕਰ ਦਿਓ। ਪਹਿਲਾ ਫਸਟ ਰੈਜ਼ੋਰੈਕਸ਼ਨ, ਪਹਿਲਾ ਪੁਨਰੁੱਥਾਨ ਜੀ। ਹਾਂ, ਜਿਹੜੇ ਮੁਰਦੇ ਜੀ ਉੱਠਦੇ ਆ ਨਾ, ਤੇ ਉਹਦੇ ਬਾਅਦ ਜਦੋਂ ਜੀ ਉੱਠਣਗੇ ਉਹਦੇ ਬਾਅਦ ਇਹ 1000 ਸਾਲਾ ਬਾਦਸ਼ਾਹੀ ਸਾਹਮਣੇ ਆ ਜਾਣੀ ਹੈ। ਸੋ ਇਹ ਰੈਵਲੇਸ਼ਨ 5 ਦੀ 9ਵੀਂ ਤੇ 10ਵੀਂ ਆਇਤ, ਠੀਕ ਹੈ। ਪ੍ਰਕਾਸ਼ ਦੀ ਪੋਥੀ ਮੁਕਾਸ਼ਫਾ 5 ਦੀ 9 ਤੇ 10। ਫਿਰ ਰੈਵਲੇਸ਼ਨ 20 ਦੀ 1 ਤੋਂ 6, ਮੁਕਾਸ਼ਫਾ ਜਾਂ ਪ੍ਰਕਾਸ਼ ਦੀ ਪੋਥੀ 20 ਦੀ 1 ਤੋਂ 6। ਉਹਦੇ ਬਾਅਦ ਸਰ ਇਹ ਵੇ ਕਿ ਇਸਰਾਈਲ 1000 ਸਾਲਾ ਬਾਦਸ਼ਾਹੀ ਉਦੋਂ ਸ਼ੁਰੂ ਹੋਏਗੀ ਕਿ ਹੁਣ ਬਨੀ ਇਸਰਾਈਲ ਕੌਮ ਜਿਹੜੀ ਹੈ ਉਹ ਕੋਈ ਇੰਗਲੈਂਡ ਵਿੱਚ ਦੁਨੀਆ ਦੇ ਸਕੈਟਰਡ ਹੋਈ
ਇਹਨੂੰ ਬਿਆਨ ਕਰ ਫੈਲਿਓ ਦੁਨੀਆ ਦੇ ਹਰ ਦੇਸ਼ਾਂ ਦੇ ਵਿੱਚ ਫੈਲਿਓ ਬਹੁਤ ਜਗ੍ਹਾ ਉਹਨਾਂ ਯਹੂਦੀ ਜੀ ਉਹਨਾਂ ਨੂੰ ਜਿੰਨੀ ਦੇਰ ਤੱਕ ਇਕੱਠਿਆਂ ਨਾ ਕੀਤਾ ਜਾਏ 1000 ਸਾਲਾ ਬਾਦਸ਼ਾਹੀ ਆਣੀ ਨਹੀਂ, ਮਤਲਬ ਸ਼ੁਰੂ ਨਹੀਂ ਹੋਣੀ। ਸੋ ਉਹ ਫਿਰ ਤੁਸੀਂ ਲਿਖ ਲਓ ਹਿਸਕੀਏਲ, ਹਾਲੇਲੂਇਆ, ਹਿਸਕੀਏਲ ਚੈਪਟਰ 20 ਵਰਸ 33 to 36। ਭਾਈ ਹਿਸਕੀਏਲ 20 ਦੀ 33 ਤੋਂ 36 ਤੇ ਹਿਸਕੀਏਲ ਚੈਪਟਰ 36 ਵਰਸ 17 ਤੋਂ 38। ਹਿਸਕੀਏਲ 36 ਦੀ 17 ਤੋਂ 38, ਠੀਕ ਹੈ ਜੀ। ਫਿਰ ਹਿਸਕੀਏਲ 37 ਦੀ 1 ਤੋਂ 28। ਇਜ਼ਕੀਏਲ ਚੈਪਟਰ 37 ਫਸਟ 28 ਵਰਸਸ। ਕਾਫੀ ਕੰਮ ਹੈ ਪੜ੍ਹਨੇ ਦੇ ਲਈ, ਹੈ ਨਾ। ਸਟੱਡੀ ਇਜ਼ਕੀਏਲ 37 ਦੀ ਪਹਿਲੀ 28 ਆਇਤਾਂ, ਫਸਟ 28 ਵਰਸ। ਠੀਕ ਹੈ। ਤੇ ਹੋਸੀਆ ਚੈਪਟਰ 3 ਵਰਸਸ 4 and 5। ਹੋਸੀਆ 3 ਦੀ 4 ਤੇ 5। ਸੋ ਡੈਨੀਅਲ ਚੈਪਟਰ 9 ਵਰਸ 27। ਇਹ ਜਦੋਂ ਇਹ ਨਿਸ਼ਾਨੀਆਂ ਨੇ, ਇਹ ਜਦੋਂ ਹੋਣਗੀਆਂ ਉਹਦੇ ਬਾਅਦ ਯਾਨੀ ਇਹ ਸਾਰੀਆਂ ਗੱਲਾਂ, ਜਿਸ ਤਰ੍ਹਾਂ ਯਿਸੂ ਦਾ ਵਿਰੋਧੀ 3.5 ਸਾਲਾਂ ਬਾਅਦ ਜਿਹੜੀ ਹੈਕਲ ਬਣੀ ਹੋਏਗੀ, ਉਦੋਂ ਜਿਹੜੀ ਹੁਣ ਨਹੀਂ ਗੀ, ਉੱਥੇ ਆਪਣਾ ਖਲੋ ਜਾਏਗਾ ਤੇ ਕਹੇਗਾ ਮੈਂ ਹੀ ਗॉड ਹੈਗਾ, ਹਾਂ ਮੇਰੀ ਪੂਜਾ ਕਰੋ। ਤੇ ਉਹ ਇਹ ਸਾਰੀਆਂ ਗੱਲਾਂ ਤੋਂ ਬਾਅਦ ਇਹ ਹੋਣੀ। ਫਿਰ ਜਦੋਂ ਯਹੂਦੀ ਕੌਮ ਜਿਹੜੀ ਹੈ ਯਰੂਸ਼ਲਮ, ਯਹੂਦੀ ਬਾਕੀ ਕੌਮਾਂ ਤੋਂ ਰਿਹਾਈ ਪਾ ਜਾਣਗੇ, ਛੁਟਕਾਰਾ ਪਾ ਜਾਣਗੇ, ਉਦੋਂ ਉਸ ਤੋਂ ਬਾਅਦ 1000 ਸਾਲਾ ਬਾਦਸ਼ਾਹੀ ਸ਼ੁਰੂ ਹੋਏਗੀ। 1000 ਸਾਲਾ ਬਾਦਸ਼ਾਹੀ ਸ਼ੁਰੂ ਹੋਣ ਦੀ ਗੱਲ ਹੈ ਤੇ ਉਦੋਂ ਲੋਕਾਂ ਨੂੰ, ਫਿਰ ਸਾਰੀ ਕੌਮਾਂ ਨੂੰ ਜਿਹੜੀਆਂ ਬਚਣਗੀਆਂ, ਉਹਨਾਂ ਨੂੰ ਬਰਕਤ ਮਿਲੇਗੀ। ਇਹ ਲਿਖ ਲਓ, ਜਿਹਦਾ ਵਾਅਦਾ ਜੈਨਸਿਸ ਉਤਪਤੀ ਪੈਦਾਇਸ਼ 12 ਦੀ 1 ਤੋਂ 3 ਵਿੱਚ ਇਬਰਾਹਿਮ ਨੂੰ ਦੱਸਿਆ ਸੀ, ਠੀਕ ਹੈ। ਕਿਹੜੀ ਹੱਦ ਦੇ ਫਰਾਤ ਤੋਂ, ਇਹ ਸਾਰਾ ਇਹਦੇ 'ਚ। ਫਿਰ ਜ਼ਬੂਰਾਂ ਦੀ ਪੋਥੀ 2 ਦੀ 6 ਤੋਂ 8। ਸਾਮਸ ਚੈਪਟਰ 2 ਵਰਸ 6 to 8। ਯਸਾਇਆ 9 ਦੀ 6 ਤੇ 7। ਅਜ਼ਾਇਆ ਚੈਪਟਰ 9 ਵਰਸਿਸ 6 and 7। ਫਿਰ ਅਜ਼ਾਇਆ 25 ਵਰਸ 6 to 9। ਯਸਾਇਆ 25 ਦੀ 6 ਤੋਂ 9। ਜ਼ਕਰੀਆ 9 ਦੀ 9 ਤੋਂ 11। ਸੋ ਜ਼ਕਰੀਆ ਚੈਪਟਰ 9 ਵਰਸਿਸ 9 to 11। ਫਿਰ ਜ਼ਕਰੀਆ 14 ਦੀ 1 ਤੋਂ 21। ਜ਼ਕਰੀਆ 14 ਦੀ 1 ਤੋਂ 21। ਫਿਰ ਚੇਲਿਆਂ ਦੇ ਕਰਤੱਵ ਜਾਂ ਦ ਬੁੱਕ ਆਫ ਐਕਟਸ ਚੈਪਟਰ 15 ਵਰਸਿਸ 13 to 18। ਇਹ ਸਾਰਾ ਇਹ ਹੈ ਕਿ ਜਦੋਂ ਇਹ 1000 ਸਾਲਾ ਬਾਦਸ਼ਾਹੀ ਉਦੋਂ ਆਣੀ ਹੈ ਜਦੋਂ ਆਹ ਗੱਲਾਂ ਪੂਰੀਆਂ ਹੋਣਗੀਆਂ, ਜਦੋਂ ਇਜ਼ਰਾਈਲ ਨੂੰ ਰਿਹਾਈ ਇਹ ਗੱਲ। ਸੋ ਚੇਲਿਆਂ ਦੇ ਕਰਤੱਵ 15 ਦੀ 13 ਤੋਂ 18। ਲੂਕਾ ਚੈਪਟਰ 1 ਵਰਸ 32 to 35। ਲੂਕਾ 1 ਦੀ 32 ਤੋਂ 35। ਫਿਰ ਜਨਾਬ 1000 ਸਾਲਾ ਬਾਦਸ਼ਾਹੀ ਤੋਂ ਪਹਿਲੇ ਆਉਣ ਤੋਂ ਪਹਿਲੇ ਇਹ ਜਿਹੜਾ ਰੋਮਨ ਅੰਪਾਇਰ ਤੇ ਜਿਹੜਾ ਯੂਨਾਨ ਦਾ, ਇਹ ਦੁਬਾਰਾ ਖੜੇ ਹੋ ਜਾਣਗੇ। ਰੋਮਨ ਅੰਪਾਇਰ ਤੇ ਤੁਹਾਨੂੰ ਪਤਾ ਹੈ ਕਿ ਯਸੂ ਦੇ ਦੌਰ ਵਿੱਚ ਵੀ ਸੀਗੀ, ਲੇਕਿਨ ਪਤਾ ਹੀ ਨਹੀਂ ਲੱਗਾ ਕਿ ਇੰਜ ਖਤਮ ਹੋਈ, ਉਹਨੂੰ ਕਿਸੇ ਹਰਾਇਆ ਨਹੀਂ, ਲੇਕਿਨ ਦੁਬਾਰਾ ਖੜੀ ਹੋ ਰਹੀ ਹੋਏਗੀ ਉਦੋਂ। ਤੇ ਯੂਨਾਨ ਦੀ ਵੀ, ਠੀਕ ਹੈ, ਰੋਮਨ ਅੰਪਾਇਰ ਤੇ ਗ੍ਰੀਸ, ਯੂਨਾਨ ਦੁਬਾਰਾ ਖੜੇ ਹੋਣਗੇ। ਤੇ ਫਿਰ ਉਹਨਾਂ ਦੇ ਵਿੱਚ 10 ਬਾਦਸ਼ਾਹ ਜਿਹੜੇ ਨੇ, ਉਹਨਾਂ ਦਾ ਇਕੱਠ ਹੋ ਜਾਏਗਾ ਉਹਦੇ ਬਾਅਦ। ਇਹ ਕਿੱਥੇ ਲਿਖਿਆ ਹੈ? ਡੈਨੀਅਲ ਚੈਪਟਰ 2 ਵਰਸ 40 to 45। ਭਾਈ ਡੈਨੀਅਲ ਚੈਪਟਰ 2 ਦੀ 40 ਤੋਂ 45 ਤੇ ਡੈਨੀਅਲ ਚੈਪਟਰ 7 ਵਰਸਿਸ 18 to 28। ਭਾਈ ਡੈਨੀਅਲ 7 ਦੀ 18 ਤੋਂ 28।
ਹੂੰ ਫਿਰ ਮਾਫ ਕਰਨਾ, ਹੁਣ ਹਵਾਲੇ ਨੇ ਬਹੁਤ ਜ਼ਰੂਰੀ ਨੇ। ਹੂੰ ਦੇਖੋ ਕਿੱਥੇ ਕਿੱਥੇ ਪਹਿਲੇ ਵੀ ਦੱਸਿਆ। ਸੋ ਰੈਵਲੇਸ਼ਨ ਚੈਪਟਰ 17 ਵਰਸ 8 to 18 ਭਈ ਮੁਕਾਸ਼ਵਾ ਜਾਂ ਪ੍ਰਕਾਸ਼ ਦੀ ਪੋਥੀ 17 ਦੀ 8 ਤੋਂ 11। ਅੱਛਾ, ਫਿਰ ਇਹ ਜਿਹੜਾ ਕਦੋਂ 1000 ਸਾਲਾ ਬਾਦਸ਼ਾਹੀ ਆਪਣੀ ਨਜ਼ਰ ਆਏਗੀ ਸਾਨੂੰ ਜਾਂ ਸੈਟਅਪ ਹੋਏਗੀ, ਇਹ ਜਿਹੜਾ ਕਿ ਪ੍ਰਕਾਸ਼ ਦੀ ਪੋਥੀ ਚੌਥੇ ਪਾਠ ਤੋਂ ਲੈ ਕੇ 19 ਪਾਠ ਤੱਕ ਦੇ ਜਿੰਨੇ ਵਾਕਿਆਤ ਨੇ, ਜਿੰਨੇ ਈਵੈਂਟਸ ਹੋਣ ਤੋਂ ਬਾਅਦ, ਠੀਕ ਹੈ, ਮਤਲਬ ਇਹ ਆਪਾਂ ਸਟੱਡੀ ਕਰ ਰਹੇ ਹਾਂ ਨਾ, ਤੇ ਪ੍ਰਕਾਸ਼ ਦੀ ਪੋਥੀ ਚੌਥੇ ਪਾਠ ਜਿੱਥੇ ਅਸਮਾਨ ਤੇ ਦਰਵਾਜ਼ਾ ਖੁੱਲਿਆ ਤੇ ਆਵਾਜ਼ ਆਈ ਉੱਤੇ ਆ ਜਾ, ਤੇ ਉੱਥੋਂ ਲੈ ਕੇ ਤੇ 19 ਚੈਪਟਰ ਦੇ ਵਿੱਚ ਜਿਹੜੇ ਕੀ ਸਨ ਜੀ, ਸੀਲਾਂ ਸਨ, ਨਰਸਿੰਗੇ ਸਨ, ਇਹ ਸਾਰੇ ਜਦੋਂ ਹੋ ਜਾਣਗੇ ਉਹਦੇ ਬਾਅਦ ਲਿਖ ਲਓ ਹੈ ਇਹ ਕਿਉਂ ਜੇ ਮਸੀਹ ਦਾ ਆਉਣਾ ਜਿਹੜਾ ਹੈ ਇਹ ਪ੍ਰਕਾਸ਼ ਦੀ ਪੋਥੀ ਦੇ 19 ਚੈਪਟਰ ਤੇ 20 ਚੈਪਟਰ ਵਿੱਚ ਬੜਾ ਡਿਟੇਲ ਵਿੱਚ ਦੱਸਿਆ, ਜਿਹੜਾ ਅਸੀਂ 19 ਚੈਪਟਰ ਸਟੱਡੀ ਕਰ ਚੁੱਕੇ ਹਾਂ ਤੇ 20 ਚੈਪਟਰ ਸਟੱਡੀ ਕਰਨ ਦੇ ਇਹਦੇ ਵਿੱਚ ਹੀ ਉਹ ਆਏਗਾ। ਇਸ ਤੋਂ ਪਿੱਛੇ ਜਿੰਨੀ ਦੇਰ ਤੱਕ ਉਹ ਸਾਰੀਆਂ ਗੱਲਾਂ ਪੂਰੀਆਂ ਨਾ ਹੋਣ 1000 ਸਾਲਾ ਬਾਦਸ਼ਾਹੀ ਸ਼ੁਰੂ ਨਹੀਂ ਹੋਣੀ। ਹੁਣ ਇਹ ਇੱਕ ਟਾਪਿਕ ਸੀ ਕਿ 1000 ਸਾਲਾ ਬਾਦਸ਼ਾਹੀ, ਠੀਕ ਹੈ, ਕਦੋਂ ਸੈਟਅਪ ਹੋਏਗੀ। ਹੁਣ ਅਗਲਾ ਟਾਪਿਕ ਇਹ ਵੇ ਕਿ ਸਵਾਲ ਇਹ ਵੇ ਕਿ ਇਹ ਵਾਕਈ ਇਹ ਰੀਅਲ ਬਾਦਸ਼ਾਹੀ ਹੋਏਗੀ, ਜਿੰਜ ਕੈਨੇਡਾ ਦੀ ਬਾਦਸ਼ਾਹੀ ਹੈ, ਇੰਗਲੈਂਡ ਦੀ ਬਾਦਸ਼ਾਹੀ। ਸੋ ਇਹ ਬਾਦਸ਼ਾਹੀ ਉਨੀ ਹੀ ਰੀਅਲ ਜਾਂ ਹਕੀਕੀ ਹੈ ਜਾਂ ਕੀ ਕਹਿ ਲਓ ਉਹਨੂੰ, ਸੱਚੀ ਹਕੀਕੀ ਹੋਏਗੀ, ਜਿਹੜੀਆਂ ਜੋ ਕੁਝ ਅਸੀਂ ਵੇਖ ਰਹੇ ਹਾਂ ਲੋਕੀ ਦੇਖਣਗੇ। ਹਾਲੇਲੂਇਆ। ਤੇ ਜਿਸ ਤਰ੍ਹਾਂ ਹੁਣ ਵੀ ਹਕੂਮਤਾਂ ਚੱਲਣ ਦੀਆਂ, ਇਹ ਡੈਨੀਅਲ ਤੇ ਜਿਹੜੀ ਪ੍ਰਕਾਸ਼ ਦੀ ਪੋਥੀ ਦੇ ਵਿੱਚ ਦੱਸੀ ਗਈਆਂ ਜਿਹੜੀਆਂ ਬਾਦਸ਼ਾਹੀਆਂ ਜਾਂ ਕਿੰਗਡਮਸ ਨੇ ਨਾ, ਉਹ 9 ਬਾਦਸ਼ਾਹੀਆਂ ਨੇ। ਇਹ ਬੜਾ ਧਿਆਨ ਰੱਖਣਾ ਸੀ। 9 ਬਾਦਸ਼ਾਹੀਆਂ ਦਾ ਜ਼ਿਕਰ ਹੈ। ਇਹ ਡੈਨੀਅਲ ਨੂੰ ਵੀ ਦੱਸਿਆ ਗਿਆ, ਉਧਰ ਯਹੋਨਾ ਨੂੰ ਵੀ ਪ੍ਰਕਾਸ਼ ਦੀ ਪੋਥੀ 'ਚ ਦੱਸਿਆ ਗਿਆ। ਉਹ ਜਿਹੜੀਆਂ ਕੁਝ ਪਹਿਲੇ ਸਨ ਤੇ ਜਿਹੜੀਆਂ ਦੁਬਾਰਾ ਬਣਨਗੀਆਂ, ਮਿਸਾਲ ਦੇ ਤੌਰ ਤੇ ਇਜਿਪਟ, ਮਿਸਰ ਨੰਬਰ 1, ਦੂਸਰੀ ਅਸੀਰੀਆ ਸੀਗੀ, ਤੀਸਰੀ ਬਾਬਲ ਦੀ, ਬੈਬੀਲੋਨ ਦੀ ਵੀ ਜੈਨਸਿਸ ਵਿੱਚ ਅਸੀਂ ਵੇਖ ਰਹੇ ਹਾਂ, ਨਮਰੂਦ ਹੋ ਗਿਆ, ਇਹ ਸਾਰੇ ਹੈ ਨਾ। ਫਿਰ ਚੌਥੀ ਜਿਹੜੀ ਹੈ ਇਹ ਮੇਡੋ ਪਰਸ਼ੀਆ ਜਾਂ ਜਿਹਨੂੰ ਫਾਰਸ ਕਹਿ ਲਓ, ਹੈ ਨਾ। ਪੰਜਵੀਂ ਜਿਹੜੀ ਹੈ ਗ੍ਰੀਸ, ਯੂਨਾਨ, ਇਹ ਵੀ ਪਹਿਲੇ ਰਹੀ ਹੈ। ਛੇਵੀਂ ਜਿਹੜੀ ਹੈ ਇਹ ਰੋਮਨ ਹੈ। ਫਿਰ 7ਵੀਂ ਰਿਵਾਈਜ਼ਡ ਰੋਮਨ ਹੋਣੀ ਹੈ, ਇੱਕ ਹੋਰ ਇਹ ਦੁਬਾਰਾ ਖੜੀ ਹੋਣੀ ਹੈ। ਇਹ ਜਿਹੜੀ ਤੁਸੀਂ ਰੋਮਨ ਕਿਹਾ ਉਹਨਾਂ ਵੱਖਰੀ, ਇਹ ਪਹਿਲੇ ਸੀਗੀ ਨਾ। ਹੁਣ ਵੀ ਫਿਰ ਫਿਰ ਆਏਗੀ। ਤੇ 8ਵੀਂ ਜਿਹੜੀ ਹੈ ਕਿ ਯੂਨਾਨ ਦੀ ਫਿਰ ਦੁਬਾਰਾ, ਹੁਣ ਤੇ ਨਹੀਂ ਗਈ, ਪਹਿਲੇ ਸੀਗੀ ਰਿਵਾਈਜ਼ਡ, ਉਹ ਗ੍ਰੀਕ ਹੋ ਗਿਆ, ਗ੍ਰੀਕ। ਤੇ 9ਵੀਂ ਜਿਹੜੀ ਹੈ ਇਹ ਅਸਮਾਨ ਦੀ ਬਾਦਸ਼ਾਹੀ ਆਏਗੀ। ਤੇ ਜੇ 8 ਬਾਦਸ਼ਾਹੀਆਂ ਅਸੀਂ ਪਹਿਲੇ ਦੇਖ ਰਹੇ ਹਾਂ ਕਿ ਇਹ ਵਾਕਈ ਰੀਅਲ ਨੇ, ਤੇ ਇਹ ਜਿਹੜੀ ਸਵਰਗਾਂ ਦਾ ਰਾਜ ਹੈ ਯਿਸੂ ਦਾ, ਇਹ ਵੀ ਰੀਅਲ ਹੋਏਗਾ। ਠੀਕ ਹੈ। ਤੁਸੀਂ ਜਿਹੜੇ 9 ਰਾਜਿਆਂ ਦਾ ਸਾਰੇ ਪੂਰੇ ਨਹੀਂ ਹੋਏ ਜੀ। ਇਜਿਪਟ, ਦੇਖੋ ਅਸੀਰੀਆ, ਬੈਬੀਲੋਨ ਜੀ 9 ਤੇ ਪਰਸ਼ੀਆ, ਗ੍ਰੀਕ, ਰੋਮਨ, ਇਹ 6 ਹੋਏ। ਅੱਛਾ ਜੀ, ਇਹ ਇਜਿਪਟ ਹੋ ਗਿਆ ਇੱਕ, ਅਸੀਰੀਆ 2, ਹਾਂਜੀ, ਬਾਬਲ 3, ਹਾਂਜੀ, ਫਾਰਸ ਜਾਂ ਮੈਡੋ ਪਰਸ਼ੀਆ, ਉਹ ਇੱਕੋ ਹੀ ਹੈ, ਚੌਥਾ ਹੋ ਗਿਆ, ਹਾਂਜੀ। ਤੇ 5ਵਾਂ ਜਿਹੜਾ ਗ੍ਰੀਸ, ਯੂਨਾਨ, 6ਵਾਂ ਜਿਹੜਾ ਰੋਮ, ਜਿਹੜਾ ਪਹਿਲੇ ਵੀ ਸੀ। ਫਿਰ 7ਵਾਂ ਜਿਹੜਾ ਰਿਵਾਈਜ਼ਡ ਰੋਮ, ਉਹ ਫਿਰ ਇਹ 2 ਹੋ ਗਏ, ਇੱਕੋ ਹੀ ਨਹੀਂ ਹੈਗੇ। ਨਹੀਂ, ਇਹ ਫਿਰ ਦੁਬਾਰਾ ਆਏਗਾ। ਇਹ ਪਹਿਲੇ ਦੇਖੋ ਨਾ, ਮਿਸਰ ਪਹਿਲੇ ਸੀ ਜਿੱਥੇ ਗਿਆ ਸੀ ਆਪਣਾ ਯੂਸਫ ਹੋਰੀ, ਫਿਰ ਉਹਦੇ ਬਾਅਦ ਅਸੀਰੀਆ ਵੀ ਪਹਿਲੇ ਹਕੂਮਤ ਹੋ ਗਈ ਹੈ। ਇਹ ਫਿਰ ਦੁਬਾਰਾ ਜਿਹੜੀਆਂ ਪਹਿਲੇ 7 ਹੈਗੀਆਂ ਸਨ ਨਾ, ਉਹ ਦੁਬਾਰਾ ਖੜੀਆਂ ਹੋ ਰਹੀਆਂ ਨੇ 8, ਠੀਕ ਹੈ। ਤੇ ਇਹ ਫਿਰ ਇਸ ਲਈ ਇਹ ਦੁਬਾਰਾ, ਯਾਨੀ ਕਿ ਰਿਵਾਈਜ਼ਡ ਗ੍ਰੀਸ,
ਯੂਨਾਨ ਫਿਰ ਤੇ ਇਹ ਜਿਹੜੀ ਰੋਮਨ ਅੰਪਾਇਰ ਤੇ ਇਹ ਦੋ ਇਹਦੇ ਵਿੱਚ ਐਡ ਕਰ ਲਓ ਤੇ ਇਹ 5 ਤੇ ਫਿਰ ਸਵਰਗਾਂ ਦਾ ਰਾਜ। ਇਹ ਜਿਹੜੀ ਡੈਨੀਅਲ ਨੂੰ ਤੇ ਰੈਵਲੇਸ਼ਨ ਵਿੱਚ 9 ਸਾਨੂੰ ਨਜ਼ਰ ਆਉਣਗੀਆਂ ਨੇ। ਇਹ 9 ਨਜ਼ਰ ਆਉਣਗੀਆਂ ਉਦੋਂ, ਠੀਕ ਹੈ। 9ਵੀਂ ਜਿਹੜੀ ਇਹ ਨਾ ਹੋਏਗੀ, ਇਹਦੇ ਹਵਾਲੇ ਲਿਖ ਲਓ, ਇਹਦੇ ਵਿੱਚ ਬੜਾ ਕਲੀਅਰ ਹੈ। ਅਜ਼ਾਇਆ ਚੈਪਟਰ 9 ਵਰਸ 6 to 9। ਇਹ ਅਸਮਾਨ ਦਾ ਰਾਜ ਤੇ ਪਹਿਲੇ ਨਹੀਂ ਸੀ ਆਇਆ ਨਾ, ਹੁਣ ਆਏਗਾ ਫਿਜ਼ੀਕਲੀ, ਕਿੰਗਡਮ ਆਫ ਹੈਵਨ। ਹਾਂਜੀ ਜੀ, ਇਜ਼ਾਇਆ 9:6-9। ਹਾਂ, ਯਸਾਇਆ ਉਹਦਾ 9ਵੇਂ ਪਾਰਟ ਦੀ 6 ਤੋਂ 7 6 ਤੇ 7 ਤੇ ਡੈਨੀਅਲ 2 ਦੀ 44 ਤੇ 45, ਡੈਨੀਅਲ 2 ਦੀ 44 ਤੇ 45 ਤੇ ਡੈਨੀਅਲ 7 ਦੀ 13 ਤੇ 14, ਡੈਨੀਅਲ ਚੈਪਟਰ 7 ਵਰਸਿਸ 13 and 14, ਡੈਨੀਅਲ ਚੈਪਟਰ 7 ਵਰਸਿਸ 17 to 27, ਠੀਕ ਹੈ। ਡੈਨੀਅਲ 7 ਦੀ 17 ਤੋਂ 27, ਫਿਰ ਜ਼ਕਰੀਆ ਪੂਰਾ 14 ਚੈਪਟਰ ਦੇ ਵਿੱਚ, ਫਿਰ ਰੈਵਲੇਸ਼ਨ ਦੇ ਵਿੱਚ ਚੈਪਟਰ 17, ਜ਼ਕਰੀਆ ਸਾਰਾ ਹੈ ਨਾ, ਜ਼ਕਰੀਆ ਪੂਰਾ ਸਾਰੀ ਬੁੱਕ ਹੈ ਨਹੀਂ 14 ਚੈਪਟਰ 14 ਜ਼ਕਰੀਆ ਦੇ। ਤੇ ਉਹਦੇ ਬਾਅਦ ਇਹ ਜਿਹੜਾ ਹੈਗਾ ਰੈਵਲੇਸ਼ਨ 17 ਦੀ 8 ਤੋਂ 18। ਸੋ ਇਹ ਅਸੀਂ ਇਹਦੇ ਦੇਖ ਲਿਆ ਕਿ ਇਹ ਕਦੋਂ ਸੈਟਅਪ ਹੋਏਗੀ। ਇਹ ਥੋੜੀ ਜੀ, ਇਹ ਬੜਾ ਅੱਛਾ ਹੈ ਕਿ ਸਾਨੂੰ ਸਟੱਡੀ ਕਰਨੀ ਚਾਹੀਦੀ। ਹਾਂਜੀ ਬਿਲਕੁਲ ਜੀ। ਤੇ ਆਪਾਂ ਇੱਥੇ ਫਿਨਿਸ਼ ਕਰੀਏ ਜੀ, ਇੱਥੇ ਕਰ ਲਓ, ਫਿਰ ਅਗਲੀ ਸਟੱਡੀ ਹਾਂ ਫਿਰ ਇਸ ਜਾਰੀ ਰੱਖਦੇ ਹਾਂ ਜੀ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ, ਜੋ ਕੁਝ ਵੀ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ ਪਵਿੱਤਰ ਆਤਮਾ ਦੁਆਰਾ, ਉਹ ਸਾਰਾ ਸਾਡੇ ਅੰਦਰ ਵਸ ਜਾਏ ਔਰ ਇਹ ਬਹੁਤ ਸਾਰਾ ਫਲ ਲੈ ਕੇ ਆਏ। ਜੋ ਵੀ ਸੁਣੇ ਉਹ ਬਰਕਤ ਪਾਏ ਪਰਮੇਸ਼ਰ ਪਿਤਾ, ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।